ਸੋ ਸਤਿ ਸ਼੍ਰੀ ਅਕਾਲ एवरीवन, स्वागत है डिजाइन ਦਾ ਪੰਜਾਬ ਐਗਜ਼ਾਮ ਰਿਜ਼ਲਟ ਗੁਰੂ ਤੇ ਗਾइस ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਪਟਵਾਰੀ ਦਾ ਪੇਪਰ ਹੁਣ ਬਈ ਆਪਣੇ ਹੀ ਕਹਿ ਸਕਦੇ ਹਾਂ ਬਹੁਤ ਜਲਦੀ ਹੈ। ਇੱਕਦਮ ਟਾਈਮ ਤੇ ਪੇਪਰ ਹੈ। ਟਾਈਮ ਦੀ ਗੱਲ ਕਰਦੀ ਹਾਂ ਤਾਂ ਮਤਲਬ ਕੀ ਹੈ, ਜਿਹੜਾ ਪੇਪਰ ਹੈ ਉਹ ਗਾइस ਮੈਂ ਕਹਿ ਦਵਾਂ ਤੁਹਾਡਾ ਜਿਹੜਾ ਪੰਜਾਬ ਪਟਵਾਰੀ ਦਾ ਪੇਪਰ ਹੈ ਉਹ ਹੋਣ ਜਾ ਰਿਹਾ 14 ਮਈ ਨੂੰ। 14 ਮਈ ਨੂੰ ਬਹੁਤ ਸਾਰੇ ਐਸਪੀਰੈਂਟਸ ਪੇਪਰ ਦੇਣ ਜਾ ਰਹੇ ਨੇ, ਪੇਪਰ ਦੇਣ ਜਾਣਗੇ ਨਾਲ ਦੀ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸਾਰੀ ਚੀਜ਼ਾਂ ਬਹੁਤ ਰਹਿਣਗੀਆਂ ਕਿ ਪੇਪਰ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ, ਕਿਸ ਤਰ੍ਹਾਂ ਦੇ ਕੁਐਸਚਨਸ ਆਣਗੇ। ਤਾਂ ਮੈਂ ਅੱਜ ਦੀ ਕਲਾਸ ਤੁਹਾਡੇ ਲਈ ਲੈ ਕੇ ਆਈ ਹਾਂ। ਇਫ ਯੂ ਆਰ ਗੋਇੰਗ ਟੂ ਟਾਰਗੇਟ 13 ਮਾਰਕਸ ਇੰਗਲਿਸ਼, ਠੀਕ ਹੈ ਨਾ, ਇੰਗਲਿਸ਼ ਜਿਹੜੀ ਕਿ 13 ਨੰਬਰ ਦੀ ਆਣੀ ਹੈ, ਜੇ ਤੁਸੀਂ ਪੰਜਾਬ ਪਟਵਾਰੀ 'ਚ ਉਸ ਨੂੰ ਟਾਰਗੇਟ ਕਰ ਰਹੇ ਹੋ ਤੇ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ। ਤੁਸੀਂ ਸਾਰੇ ਨੇ ਪੰਜਾਬ ਪਟਵਾਰੀ ਦੇ ਵਿੱਚ 13 ਨੰਬਰ ਆਪਣੇ ਪੱਕੇ ਕਰ ਲਓ। 13 ਨੰਬਰ ਆਪਣੇ ਪੱਕੇ ਕਰਨੇ ਕਿਉਂ ਹੋ ਜਾਂਦੇ ਨੇ ਜ਼ਰੂਰੀ, ਕਿਉਂਕਿ ਸਾਨੂੰ ਪਤਾ ਹੈ ਇਹ ਦੋ ਚੀਜ਼ਾਂ ਨੇ। ਪੰਜਾਬ ਪਟਵਾਰੀ ਤੁਹਾਨੂੰ ਬਈ 13 ਨੰਬਰ ਦੀ ਇੰਗਲਿਸ਼ ਵੀ ਆਏਗੀ, ਨਾਲ ਦੇ ਨਾਲ ਤੁਹਾਨੂੰ ਕੀ ਆ ਰਹੀ ਹੈ, ਟ੍ਰਾਂਸਲੇਸ਼ਨ ਵੀ ਆ ਰਹੀ ਹੈ ਪਾਰਟ ਏ ਦੇ ਵਿੱਚ। 13 ਨੰਬਰ ਦੀ ਜਿਹੜੀ ਇੰਗਲਿਸ਼ ਆਏਗੀ ਤੁਹਾਨੂੰ ਸਭ ਨੂੰ ਸੈਲੈਸਟਰ ਨਹੀਂ ਲੱਗਦਾ ਇੱਥੇ ਚੱਲਦਾ, ਉਹਦੇ ਲਈ ਇਹ ਕਲਾਸ ਬਹੁਤ ਯੂਜ਼ਫੁਲ ਹੈ ਤੁਹਾਡੀ ਸਾਰਿਆਂ ਦੀ ਦੇਖਣੀ। ਕਿਉਂ? ਕਿਉਂਕਿ ਇਹਦੇ ਵਿੱਚ ਤੁਹਾਨੂੰ ਇੰਨਾ ਪਤਾ ਲੱਗੇਗਾ ਕਿਹੜੇ ਕਿਹੜੇ ਕੁਐਸਚਨ ਤੁਹਾਨੂੰ ਸਭ ਨੂੰ ਪੁੱਛੇ ਜਾਣਗੇ। ਇੱਕ ਵਧੀਆ ਜਿਹੀ ਕਲਾਸ ਹੈ ਜਿਹੜਾ ਕਿ ਤੁਹਾਨੂੰ ਇੱਕ ਪ੍ਰੈਕਟਿਸ ਸੈਸ਼ਨ ਹੈ ਉਹ ਤੁਹਾਡੇ ਸਾਰਿਆਂ ਨਾਲ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ। ਹਾਂਜੀ, ਸੋ ਦ ਪ੍ਰੈਕਟਿਸ ਸੈਸ਼ਨ for the Punjab Patwari. Business falls over during summer months. The underlined phrasal verb means. First of all ਸਾਨੂੰ ਇਹ ਪਤਾ ਹੋਣਾ ਚਾਹੀਦਾ ਵੈ ਕਿ ਸਾਡੇ ਜਿਹੜੇ phrasal verbs ਨੇ ਉਹਨਾਂ ਦੇ meaning ਵੀ ਪੁੱਛਣਗੇ ਪੰਜਾਬ ਪਟਵਾਰੀ ਦੀ ਕਲਾਸ ਦੇ ਵਿੱਚ। ਸਾਡੇ phrasal verbs ਵੀ ਆ ਸਕਦੇ ਨੇ, ਗ੍ਰਾਮਰ ਤੁਹਾਨੂੰ ਆਣੀ ਹੈ, ਨਾਲ ਦੇ ਨਾਲ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਪੁੱਛਣਗੇ। ਪੰਜਾਬ ਪਟਵਾਰੀ 'ਚ ਇਹ ਬਹੁਤ ਇੰਪੋਰਟੈਂਟ ਹੈ, ਤੁਸੀਂ ਸਾਰੇ ਜਣੇ ਜਿਹੜੇ phrasal verbs ਹੋ ਗਏ ਪਟਵਾਰੀ ਦੇ ਵਿੱਚ ਫਰੇਜ਼ਲ ਵਰਬ ਵੀ ਟਾਰਗੇਟ ਕਰਾਂਗੇ, ਨਾਲ ਦੇ ਨਾਲ ਟ੍ਰਾਂਸਲੇਸ਼ਨ ਗਾइस ਉਹ ਬਹੁਤ ਇੰਪੋਰਟੈਂਟ ਹੈ ਪੜ੍ਹਨੀ। ਪਾਰਟ ਏ ਦੇ ਵਿੱਚ ਤੁਹਾਨੂੰ ਟ੍ਰਾਂਸਲੇਸ਼ਨ ਪੁੱਛ ਰਹੇ ਨੇ, ਠੀਕ ਹੈ, ਤਾਂ ਪਾਰਟ ਏ ਦੇ ਵਿੱਚ ਟ੍ਰਾਂਸਲੇਸ਼ਨ ਪੜ੍ਹ ਕੇ ਜ਼ਰੂਰ ਜਾਇਓ। ਬਿਜ਼ਨਸ ਫਾਲਸ ਆਫ ਡਿਊਰਿੰਗ ਸਮਰ ਮੰਥਸ। ਤੇ ਡਿਊਰਿੰਗ ਸਮਰ ਮੰਥਸ ਜਿਹੜਾ ਵਾ ਬਿਜ਼ਨਸ ਜਿਹੜੇ ਹੁੰਦੇ ਨੇ ਉਹ ਕੀ ਹੋ ਜਾਂਦੇ ਨੇ, ਫਾਲ ਆਫ ਹੋ ਜਾਂਦੇ ਨੇ। ਫੋਰ ਐਗਜ਼ਾਮਪਲ ਫਾਲ ਆਫ ਦਾ ਮਤਲਬ ਡਿੱਗਣਾ, ਠੀਕ ਹੈ, मतलब होएगा। याद रखियो ਜਦੋਂ ਵੀ फ्रेजल वर्ब्स ਹੁੰਦੀਆਂ ਕੀ ਨੇ, ਜਦੋਂ ਵੀ verbs ਦੇ ਨਾਲ ਤੁਹਾਡੀ ਕੀ ਲੱਗਦੀ ਹੈ, preposition ਲੱਗਦੀ ਹੈ। whenever preposition is joined with verb that is called phrasal verb. This much is clear. So business falls off during summer months. The underlined phrasal verb means to decline, to grow, to increase, to disappear. Disappear ਕੀ ਹੁੰਦਾ ਹੈ, ਗਾਇਬ ਹੋ ਜਾਣਾ। increase ਕੀ ਹੈ, ਵਧਣਾ। grow ਕੀ ਹੈ, grow ਦਾ ਵੀ ਮਤਲਬ ਕੀ ਹੁੰਦਾ ਹੈ, increase ਹੋਣਾ। decline ਕੀ ਹੁੰਦਾ, decline ਹੁੰਦਾ ਘਟ ਜੇ ਕੋਈ ਚੀਜ਼, ਠੀਕ ਹੈ ਨਾ। decline ਕੀ ਹੁੰਦਾ ਹੈ, to decline ਦਾ ਮਤਲਬ ਹੁੰਦਾ ਘਟ ਜਾਣਾ, ਕੋਈ ਚੀਜ਼ ਡਿੱਗਣਾ ਥੱਲੇ ਨੂੰ, ਹੈ ਨਾ। so business falls off during summer months. The underlying phrasal verb ਦਾ ਮਤਲਬ ਕੀ ਹੈ, ਕੀ ਹੋ ਜਾਣਾ, ਸਿੱਧੀ ਗੱਲ ਹੈ, falls off ਦਾ ਮਤਲਬ ਹੋ ਜਾਏਗਾ decline ਹੋ ਜਾਣਾ, ਡਿੱਗ ਜਾਣਾ ਨੀਚੇ ਨੂੰ, ਠੀਕ ਹੈ। ਸੋ ਇਹ ਹੋ ਜਾਏਗਾ ਇਹਦਾ ਰਾਈਟ ਆਪਸ਼ਨ। falls off ਦਾ ਕੀ ਮੀਨਿੰਗ ਹੋ ਜਾਏਗਾ, to decline। next question, I paid the bill but the cashier did not give the dash. मैं पे कर ਦਿੱਤਾ ਬਿੱਲ, I paid the bill, but ਜਿਹੜਾ ਕੈਸ਼ੀਅਰ ਹੈ ਉਸਨੇ ਮੈਨੂੰ ਨਹੀਂ ਦਿੱਤਾ, ਕਿਆ ਨਹੀਂ ਦਿੱਤਾ, ਰਿਸੀਟ ਨਹੀਂ ਦਿੱਤੀ, ਰਿਸੀਵ ਨਹੀਂ ਦਿੱਤਾ, ਰਿਸੀਵਿੰਗ ਨਹੀਂ ਦਿੱਤਾ, ਰਿਸੀਵਡ ਨਹੀਂ ਦਿੱਤਾ। ਸੋ ਫਿਲਅਪਸ ਦੇ ਵਿੱਚ ਤੁਹਾਨੂੰ ਕਰੈਕਟ ਵੋਕੈਬਲਰੀ ਦੇ ਵਿਲ ਆਸਕ ਯੂ। ਸੋ ਫॉर ਕਰੈਕਟ ਵੋਕੈਬਲਰੀ ਤੁਹਾਡਾ ਕੀ ਆ ਜਾਏਗਾ, I paid the bill but the cashier did not give the receipt will be the right one. ਇਹ ਆਪਸ਼ਨ ਜਿਹੜਾ ਸਾਡਾ ਕੀ ਹੋ ਜਾਏਗਾ, ਰਾਈਟ ਹੋ ਜਾਏਗਾ। ਕਲੀਅਰ? ਚਲੋ ਦ ਨੈਕਸਟ ਕੁਐਸਚਨ ਇੱਕ ਵਾਰ ਜਰੂਰ ਦੇਖਿਓ, ਰਿਸੀਟ ਕਿਹੜਾ ਹੁੰਦਾ ਵਾ, ਏ ਆਪਸ਼ਨ ਆਏਗਾ ਬੇਟਾ। ਇੱਥੇ ਟਿਕ ਕਿਹੜਾ ਲੱਗੇਗਾ, ਏ ਆਪਸ਼ਨ। ਏ ਆਪਸ਼ਨ ਕਿਉਂ ਲੱਗੇਗਾ ਇੱਥੇ ਰਾਈਟ, ਕਿਉਂਕਿ ਸਾਨੂੰ ਪਤਾ ਹੈ ਰਿਸੀਟ ਦਾ ਮਤਲਬ ਕੀ ਹੁੰਦਾ, ਪਰਚੀ ਹੁੰਦਾ, ਤੇ ਰਿਸਿਪਟ ਨਹੀਂ ਆਏਗਾ, ਸਾਡਾ ਕੀ ਆਏਗਾ, ਰਿਸੀਟ ਆਏਗਾ। She did not figure out the theme of the play clearly. ਉਹ ਨਹੀਂ ਕਰ ਪਾਇਆ, ਫਿਗਰ ਆਊਟ ਨਹੀਂ ਕਰ ਪਾਇਆ ਥੀਮ, ਕਿਸ ਚੀਜ਼ ਦੀ, ਪਲੇ ਦੀ ਥੀਮ ਜਿਹੜੀ ਹੈ ਉਹ ਫਿਗਰ ਆਊਟ ਨਹੀਂ ਕਰ ਪਾਇਆ ਕਲੀਅਰਲੀ। ਦ ਅੰਡਰਲਾਈਨ ਫਰੇਜ਼ਲ ਵਰਬ ਦਾ ਮਤਲਬ ਕੀ ਹੋਏਗਾ, ਫਿਗਰ ਆਊਟ ਦਾ ਮਤਲਬ ਕੀ ਹੁੰਦਾ, ਕੰਫਰੈਂਡ ਮਤਲਬ ਅੰਡਰਸਟੈਂਡ, ਐਗਜ਼ਾਮਿਨ, ਇੰਜੋਏ, ਡਰਾ। ਕੀ ਆ ਜਾਏਗਾ, ਇੰਜੋਏ ਨਹੀਂ ਕਰ ਪਾਇਆ, ਐਗਜ਼ਾਮਿਨ ਜਾਂਚ ਨਹੀਂ ਪਾਇਆ, ਕੰਫਰੈਂਡ ਦਾ ਮਤਲਬ ਕੀ ਹੁੰਦਾ, ਅੰਡਰਸਟੈਂਡ, ਡਰਾ ਦਾ ਕੀ ਮਤਲਬ ਹੈ ਬਈ ਕੀ ਕਰਨਾ, ਡਰਾ ਕਰ ਦੇਣਾ, ਹੈ ਨਾ, ਮਤਲਬ ਉਸਨੂੰ ਬਣਾਉਣਾ। ਸੋ ਕੰਫਰੈਂਡ ਦਾ ਮੀਨਿੰਗ ਹੁੰਦਾ ਹੈ ਅੰਡਰਸਟੈਂਡ, ਐਗਜ਼ਾਮਿਨ ਦਾ ਮਤਲਬ ਹੁੰਦਾ ਹੈ ਜਾਂਚਣਾ, ਇੰਜੋਏ, ਡਰਾ। ਸੋ ਕੀ ਆ ਜਾਏਗਾ, ਸ਼ੀ ਕੁਡ ਨਾਟ ਫਿਗਰ ਆਊਟ। ਸ਼ੀ ਕੁਡ ਨਾਟ ਫਿਗਰ ਆਊਟ ਦਾ ਮੀਨਿੰਗ ਕੀ ਹੈ, ਕੰਫਰੈਂਡ ਆਊਟ ਦ ਥੀਮ ਆਫ ਦ प्ले क्लियरफुली, ठीक है, clearly. Asha and I dash on MG Road when we saw an old man walking slowly.
आशा ते मैं की करते पे सी MG रोड के उपर ही करते पे सी शॉपिंग करते पे सी हैव बीन शॉपिंग हैड बीन शॉपिंग शॉपिंग सो की आ जाएगा आशा एंड आई वर शॉपिंग ऑन MG रोड या फिर हैव बीन शॉपिंग ऑन MG रोड या हैड बीन द राइट ऑप्शन विल बी वर शॉपिंग ठीक है की आ जाएगा साडा आशा एंड आई वर शॉपिंग ऑन MG रोड व्हेन वी सॉ एन ओल्ड मैन वॉकिंग स्लोली Mrs. Sharma knows me. I am known by Mrs. Sharma. I am known by Mrs. Sharma होएगा. I was known by Mrs. Sharma होएगा या I am known to Mrs. Sharma. ਆਪਾਂ ਸਿੱਧਾ ਸਿੱਧਾ ਕਹਿੰਦੇ ਆ I am known to Mrs. Sharma. ਠੀਕ ਹੈ ਇਹੋ ਜਿਹੇ ਕੁਐਸਚਨ ਤੁਹਾਨੂੰ ਜ਼ਰੂਰ ਪੁੱਛਣਗੇ ਤੁਹਾਡੇ MTS ਦਾ ਪੇਪਰ ਹੋ ਜਾਏ ਜਾਂ ਫਿਰ ਤੁਹਾਡਾ ਕੋਈ ਪੰਜਾਬ ਪਟਵਾਰੀ ਦਾ P+B ਐਕਸਾਈਜ਼ ਇੰਸਪੈਕਟਰ ਇਹਨਾਂ ਪੇਪਰਾਂ ਦੇ ਵਿੱਚ ਤੁਹਾਨੂੰ ਜ਼ਰੂਰ ਪੁੱਛਦੇ ਨੇ one who is present एवरीवेयर एक ਇਹੋ ਜਿਹਾ ਇਨਸਾਨ ਜਿਹੜਾ ਕਿ ਹਰ ਜਗ੍ਹਾ ਪ੍ਰੈਜ਼ੈਂਟ ਹੁੰਦਾ ਉਸ ਨੂੰ ਕਹਿੰਦੇ ਆ ਓਮਨੀਪੋਟੈਂਟ ਕਹਿੰਦੇ ਆ ਓਮਨੀਸ਼ੀਐਂਟ ਕਹਿੰਦੇ ਆ ਓਮਨੀਪ੍ਰੈਜ਼ੈਂਟ ਕਹਿੰਦੇ ਆ ਓਮਿਸ਼ਨ ਕਹਿੰਦੇ ਆ तो ਇਹੋ ਜਿਹਾ ਇਨਸਾਨ ਜਿਹੜਾ ਕਿ ਹਰ ਜਗ੍ਹਾ ਪ੍ਰੈਜ਼ੈਂਟ ਹੁੰਦਾ ਹੈ ਉਸ ਨੂੰ ਆਪਾਂ ਕਹਿੰਦੇ ਆ ਓਮਨੀਪ੍ਰੈਜ਼ੈਂਟ ਕਹਿੰਦੇ ਆ ਠੀਕ ਹੈ ਹਰ ਜਗ੍ਹਾ ਪ੍ਰੈਜ਼ੈਂਟ ਹੋਣ ਵਾਲਾ ਇਨਸਾਨ ਕੀ ਹੁੰਦਾ ਹੈ ਓਮਨੀਪ੍ਰੈਜ਼ੈਂਟ ਕਲੀਅਰ नेक्स्ट क्वेश्चन देखो माई फादर बर्नट हिज हैंड डैश ही वॉज लाइटिंग अ कैंडल मेरे पिता जी ने अपने हाथ की साड़ लिते सी जदों की करते पे सी लाइटिंग कैंडल मतलब कि किसी कैंडल नू मतलब जला रहे सी है ना जो मेरे पिता जी किसी कैंडल नू जला रहे सी उन्होंने अपने हाथ साड़ लिते ये क्या गया तो जला रहे सी वाइल ही वॉज या फिर बट ही वॉज बिकॉज ही वॉज या सिंस ही वॉज सो इसे राइट ऑप्शन बनेगा while he was lighting a candle ठीक है किया जाएगा while he was lighting a candle agreement is a noun with meant as a suffix which of the following options will become a noun if add the suffix meant to it agreement की है भाई एक noun है meant ਦੇ ਨਾਲ meant ਲੱਗਾ ਹੋਇਆ ਇੱਥੇ as suffix which of the following option will become suffix अगर आप meant to it लगा दिए amuse ਦੇ ਨਾਲ अगर meant लगा दिए extorment ਦੇ ਨਾਲ लगा दिए color ਦੇ ਨਾਲ correct ਦੇ ਨਾਲ ਸਾਡਾ ਇੱਕ ਹੀ option ਸਹੀ ਹੋਏਗਾ amuse ਦੇ ਨਾਲ amusement ਕੀ ਹੁੰਦਾ ਬਈ ਹਾਸੇ ਵਾਲੀ ਕੋਈ ਚੀਜ਼ ਹੋਵੇ ਕਮੇਟੀ ਦੇ ਸਪੈਲਿੰਗ ਕੀ ਸਹੀ ਹੋਣਗੇ ਫਟਾਫਟ ਦੱਸਣਾ ਹੈ ਤੇ ਰਾਈਟ ਆਪਸ਼ਨ ਤੁਹਾਡਾ ਦੇਖੋ ਕਮੇਟੀ ਦਾ ਸੀ ਆਪਸ਼ਨ ਜਿਹੜਾ ਹੈ ਡਬਲ ਟੀ ਡਬਲ ਈ ਵਿਲ ਬੀ ਦ ਰਾਈਟ ਆਪਸ਼ਨ ਆਫ ਕਮੇਟੀ ਕਮੇਟੀ ਦੇ ਸਪੈਲਿੰਗ ਕੀ ਹੋ ਜਾਣਗੇ ਸੀ ਆਪਸ਼ਨ ਸਾਡਾ ਰਾਈਟ ਹੋ ਜਾਏਗਾ ਨੈਕਸਟ ਵਨ ਇਜ਼ ਅ ਪਰਸਨ ਹੂ ਰਿਨਾਉਂਸਸ ਦ ਵਰਡ ਐਂਡ ਪ੍ਰੈਕਟਿਸ ਸੈਲਫ ਡਿਸਿਪਲਿਨ ਬਈ ਪ੍ਰੈਕਟਿਸ ਕਰਦਾ ਪਿਆ ਇਨ ਆਰਡਰ ਟੂ ਅਟੇਨ ਸਾਲਵੇਸ਼ਨ ਮੋਕਸ਼ ਚਾਹੀਦਾ ਵਾ ਇਨਸਾਨ ਨੂੰ ਔਰ ਰਿਨਾਉਂਸ ਕਰਦਾ ਛੱਡ ਦਿੰਦਾ ਵਾ ਵਰਡ ਨੂੰ ਹੈ ਨਾ ਦੁਨੀਆ ਨੂੰ ਛੱਡ ਦਿੰਦਾ ਵਾ ਤੇ ਪ੍ਰੈਕਟਿਸ ਉਹ ਇਹੋ ਜਿਹਾ ਇਨਸਾਨ ਕੀ ਕਹਿਲਾਏਗਾ ਸੈਪਟਿਕ ਕਹਿਲਾਏਗਾ ਅਸੈਪਟਿਕ ਕਹਿਲਾਏਗਾ ਜਿਵੋਟੀ ਹੈ ਐਂਟੀਕੁਏਰੀਅਨ ਕਹਿਲਾਏਗਾ ਸੋ ਇਹੋ ਜਿਹਾ ਇਨਸਾਨ ਸਾਡਾ ਇੱਕ ਹੀ ਕਹਿਲਾਏਗਾ ਅਸੈਪਟਿਕ ਕਹਿਲਾਏਗਾ ਬੀ ਆਪਸ਼ਨ ਵਿਲ ਬੀ ਦਾ ਰਾਈਟ ਵਨ ਠੀਕ ਹੈ ਬੀ ਆਪਸ਼ਨ ਜਿਹੜਾ ਵਾ ਉਹ ਸਹੀ ਹੋ ਜਾਏਗਾ ਇੱਥੇ ਕਿਹੜੇ ਵਾਲਾ ਆਪਸ਼ਨ ਸਹੀ ਹੋਏਗਾ ਬੀ ਆਪਸ਼ਨ ਜਿਹੜਾ ਵਾ ਉਹ ਸਹੀ ਹੋਏਗਾ ਇਹੋ ਜਿਹੇ ਇਨਸਾਨ ਨੂੰ ਆਪਾਂ ਕਹਿੰਦੇ ਆ ਅਸੈਪਟਿਕ ਕਹਿੰਦੇ ਆ ਸੈਪਟਿਕ ਨਹੀਂ ਕਹਿੰਦੇ ਡਿਵੋਟੀ ਤਾਂ ਰੱਬ ਨੂੰ ਮੰਨਣ ਵਾਲਾ ਹੋਏਗਾ ਐਂਟੀਕੁਏਰੀਅਨ ਕੁਐਸਚਨ ਆ ਜਾਂਦਾ ਬਈ ਐਂਟੀਕੁਏਰੀਅਨ ਨਹੀਂ ਹੋਏਗਾ ਇਹੋ ਜਿਹਾ ਇਨਸਾਨ ਵਨ ਹੂ ਅਬੰਡੈਂਸ his religious faith ਇੱਕ ਇਹੋ ਜਿਹਾ ਇਨਸਾਨ ਜਿਹੜਾ ਕਿ ਆਪਣੇ religious faith ਨੂੰ ਵਿਸ਼ਵਾਸਾਂ ਨੂੰ ਛੱਡ ਦਿੰਦਾ ਹੈ apostate prostate profane agnostic ਤੇ agnostic ਕਹਿਲਾਏਗਾ ਇਹੋ ਜਿਹਾ ਇਨਸਾਨ ਦੇਖੋ agnostic ਕੀ ਹੁੰਦਾ ਜਿਹਨੂੰ ਇਹ ਹੋਏ मतलब उसनू विश्वास हुंदा ते घट विश्वास हुंदा ठीक है की हुंदा वै ਇਹੋ ਜਿਹੇ ਇਨਸਾਨ ਨੂੰ ਵਿਸ਼ਵਾਸ ਘਟ ਹੁੰਦਾ ਭਗਵਾਨ ਦੇ ਉੱਪਰ तो की हुंदा वै ਤੁਹਾਡਾ एग्नोस्टिक आएगा डाउट करता है सीधी गल है ना आप कहिए वो की करता है बच्चा वो डाउट करेगा डाउट करता है तो प्रोस्टेट भी नहीं आएगा प्रोफेन भी नहीं आएगा एग्नोस्टिक भी नहीं आएगा A hater of knowledge and learning लर्निंग दा बई नॉलेज दा हेटर की कहलाएगा एक ਇਹੋ ਜਿਹਾ ਇਨਸਾਨ ਜਿਸ ਨੂੰ ਬਈ ਨੌਲੇਜ ਨਾਲ ਬਿਲਕੁਲ ਪਿਆਰ ਨਹੀਂ ਹੈਗਾ ਉਹ ਇਨਸਾਨ ਕੀ कहलाएगा ਫਿਲੋਲੋਜਿਸਟ ਹੋਏਗਾ ਮਿਸੋਜਾਈਨਿਸਟ ਹੋਏਗਾ ਮਿਸੋਲੋਜਿਸਟ ਹੋਏਗਾ ਜਾਂ ਫਿਰ ਬਿਬਲੋਫਾਈਲ ਹੋਏਗਾ ਗਾਇਸ ਫਟਾਫਟ ਆਨਸਰ ਦੇਣਾ ਹਾਂਜੀ ਕੀ ਹੋ ਜਾਏਗਾ ਤੁਹਾਡਾ ਰਾਈਟ ਆਪਸ਼ਨ ਇੱਥੇ ਇੱਕ ਇਹੋ ਜਿਹਾ ਇਨਸਾਨ ਜਿਹੜਾ ਕੀ ਹੋਵੇ ਹੇਟਰ ਹੋਵੇ
ਇੱਕ ਇਹੋ ਜਿਹਾ ਹੇਟਰ ਆਫ ਨੌਲੇਜ ਐਂਡ ਲਰਨਿੰਗ, ਬਿਬਲੋਫਾਈਲ, ਫਿਲੋਲੋਜਿਸਟ, ਮਿਸੋਜਾਈਨਿਸਟ ਜਾਂ ਫਿਰ ਮਿਸੋਲੋਜਿਸਟ। ਕੀ ਹੋ ਜਾਏਗਾ ਰਾਈਟ ਆਪਸ਼ਨ ਗਾਇਜ਼ ਇੱਥੇ? ਬਿਬਲੋਫਾਈਲ ਕੀ ਹੁੰਦਾ? ਜਿਸਨੂੰ ਬੁੱਕ ਨਾਲ ਬਹੁਤ ਪਿਆਰ ਹੁੰਦਾ, ਠੀਕ ਹੈ, ਉਹ ਕੀ ਹੁੰਦਾ? ਬਿਬਲੋਫਾਈਲ ਹੁੰਦਾ। ਜਿਹੜਾ ਇਨਸਾਨ ਬੁੱਕ ਨੂੰ ਬਹੁਤ ਪਿਆਰ ਕਰਦਾ ਹੈ, that person is called ਬਿਬਲੋਫਾਈਲ। ਫਿਲੋਲੋਜਿਸਟ ਹੋਏਗਾ ਇਹੋ ਜਿਹਾ ਇਨਸਾਨ ਫਿਲੋਲੋਜਿਸਟ। तो फिलोलॉजिस्ट की ਹੁੰਦਾ ਹੈ ਜਿਹੜਾ ਕਿ ਲਿਟਰੇਰੀ ਸੋਰਸਸ ਬਾਰੇ ਗੱਲ ਕਰੇਗਾ, ਜਿਹੜੇ ਕਿ ਲਿਖਤੀ ਹੁੰਦੇ ਨੇ ਉਹਨਾਂ ਬਾਰੇ ਗੱਲ ਕਰਦਾ, that person is called philologist। misogynist, वर्ड आंदा है misogynist। मिसोजाइनिस्ट एक ਇਹੋ ਜਿਹਾ ਇਨਸਾਨ ਹੁੰਦਾ ਜਿਹੜਾ ਕਿ ਬਈ ਔਰਤਾਂ ਦੇ ਨਾਲ ਕੀ ਕਰਦਾ? ਨਫ਼ਰਤ ਕਰਦਾ, that person is called misogynist। ਜਿਹੜਾ ਕਿ ਬਈ ਨੌਲੇਜ ਨੂੰ ਨਹੀਂ ਪਸੰਦ, ਲਰਨਿੰਗ ਨਹੀਂ ਪਸੰਦ ਕਰਦਾ, ਇਹੋ ਜਿਹਾ ਇਨਸਾਨ ਕੀ ਹੋਏਗਾ? ਮਿਸੋਲੋਜਿਸਟ ਹੋਏਗਾ। ਕਲੀਅਰ? ਕਮੈਂਸਮੈਂਟਸ ਆਫ ਦਾ ਵਰਡ ਵਿਦ ਦ ਸੇਮ ਲੈਟਰ, ਜਿਹੜੇ ਵਰਡ ਜਿਹੜੇ ਨਹੀਂ ਸੇਮ ਲੈਟਰ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਕੀ ਕਹਿੰਦੇ ਆ? ਕਮੈਂਸਮੈਂਟਸ ਆਫ ਦੀ ਵਰਡਸ ਵਿਦ ਦੀ ਸੇਮ ਲੈਟਰ, ਐਲਿਟਰੇਸ਼ਨ। ਠੀਕ ਹੈ, ਕੀ ਕਹਿੰਦੇ ਆ ਆਪਾਂ ਉਸਨੂੰ? ਐਲਿਟਰੇਸ਼ਨ ਕਹਿੰਦੇ ਆ। ऑक्सीमोरोन ਕੀ ਹੁੰਦਾ? जैसे ਆਪਾਂ ਕਹਿ ਦਈਏ ਡਲ ਡਾਰਕਨੈਸ, ब्राइट डार्कनेस। डार्कनेस तो अपने आप च गाइस की हुंदी है मैम? ब्राइट हुंदी है। ब्राइट मतलब डार्कनेस तो काली हुंदी च की लभना? विजिबल डार्कनेस है ना, आई कैन सी अ विजिबल डार्कनेस। तो डार्कनेस है, अंधेरा वै वो लभण दिया। तो एक तरह के वर्ड जिहड़े ने आपस च की करदे पे ने? कॉन्ट्ररी ने, अपोजिट ने। सो दीज वर्ड्स आर कॉल्ड ऑक्सीमोरोन। ऑक्सीमोरोन आप ज़्यादातर लिटरेचर पोइम्स वगैरह से देखते हैं, इंग्लिश लिटरेचर से। फिर आइंदा पन। पन इज अ फन एलिमेंट एंड एलिट्रेशन। एलिट्रेशन जैसे आप कहने ट्विंकल ट्विंकल लिटिल स्टार। तो ट्विंकल ट्विंकल टी टी कॉमन है ना? टी टी की है भाई मैम? सेम है ना? सो स्टार्टिंग वाले ਜਿਹੜੇ ਸਾਡੇ सेंटेंस ਦੇ ਵਿੱਚ स्टार्टिंग वाले वर्ड्स ਹੁੰਦੇ ਨੇ ਉਹਨਾਂ ਦੇ ਲੈਟਰ ਜਿਹੜੇ सेम ਹੁੰਦੇ ਨੇ, that is called पन, ट्रांसफर्ड एपिथेट या फिर ऑक्सीमोरोन। साਡਾ ਇੱਕ ਹੀ ਆਏਗਾ एलिट्रेशन। ठीक है, इतना गल क्लियर होगी तुहानू सब नू? नेक्स्ट क्वेश्चन, पर्सन हु डज नॉट बिलीव गॉड, क्या गोस्ट नहीं किया, एक ਇਹੋ ਜਿਹਾ ਇਨਸਾਨ ਜਿਹੜਾ ਕਿ ਵਿਸ਼ਵਾਸ ਨਹੀਂ ਕਰਦਾ, ਬਿਲੀਵ ਇਨ ਦੀ ਐਗਜ਼ਿਸਟੈਂਸ ਆਫ ਗॉड ਦੇ ਵਿੱਚ ਬਿਲੀਵ। एथीस्ट कहने हैं, हेरेटिक कहने हैं, एथीस्ट कहने हैं। which एग्जिस्टेंस ऑफ गॉड, थीस्ट कहलावांगे, हेरेटिक कहलावांगे, एथीस्ट कवांगे, फेनेटिक कवांगे। रिलीजन ਨੂੰ ਛੱਡ ਦਵਾਂ है ना, या नहीं सॉरी माफ करियो, रिलीजन ਨੂੰ ਨਹੀਂ, ਉਹ ਕਹਿੰਦਾ ਵੀ ਆਵੇ ਫੈਨੈਟਿਕ ਹੁੰਦਾ ਵੇ ਜਿਹੜਾ ਕਹਿੰਦਾ ਵੇ ਕੱਟੜਵਾਦਤਾ ਦੇ ਉੱਪਰ ਬਈ ਬਹੁਤ ਜ਼ਿਆਦਾ ਕੀ ਕਰਦਾ ਵੇ ਜ਼ੋਰ ਦਿੰਦਾ। ਐਜ਼ ਯੂ ਨੋ ਸਮ ਪੋਲੀਟੀਸ਼ੀਅਨਸ ਕਹਿ ਲਈਏ ਉਹ ਕੀ ਬਣ ਜਾਂਦੇ ਨੇ ਕਈ ਵਾਰ ਕੱਟੜਵਾਦਤਾ ਦੇ ਉੱਪਰ ਫੈਨੈਟਿਕ ਹੋ ਜਾਂਦੇ ਨੇ ਜਸਟ ਬਿਕੋਜ਼ ਸੇਕ ਆਫ ਦੀ ਵੋਟ। ਐਂਡ ਬਹੁਤ ਸਾਰੇ ਲੋਕੀ ਦੇਖੋਗੇ ਆਪਣੇ ਵਿਚਾਰਾਂ ਦੇ ਵਿੱਚ ਬਹੁਤ ਜ਼ਿਆਦਾ ਫੈਨੈਟਿਕ ਹੁੰਦੇ ਨੇ ਕਿ ਆਹ ਵਾਲਾ ਰੱਬ ਜਿਹੜਾ ਵਾ ਅਸੀਂ ਪੂਜਦੇ ਹਾਂ ਤੇ ਹੋਰ ਕਿਸੇ ਰੱਬ ਨੂੰ ਆਪਾਂ ਪੂਜ ਨਹੀਂ ਸਕਦੇ, ਹੋਰ ਕਿਤੇ ਸਾਨੂੰ ਮੰਦਿਰ 'ਚ ਨਹੀਂ ਜਾਣਾ ਚਾਹੀਦਾ, ਮਸਜਿਦ 'ਚ ਨਹੀਂ ਜਾਣਾ ਚਾਹੀਦਾ। ਤੁਸੀਂ ਇਫ ਯੂ ਆਰ ਰੀਅਲੀ ਸਟ੍ਰਿਕਟ on your religion, if you are really strict on the worship of your god, only on the worship of the god, then you are fanatic. Atheist is a person who has a I can say who has a believe on god, ठीक है, जो कि believe करता है god ਦੇ ਵਿੱਚ, ਉਹ ਕੀ ਹੋ ਜਾਏਗਾ? atheist नहीं कहलाएगा, वो theist कहलाएगा। atheist ਹੁੰਦਾ who disbelieves in the god, ठीक है। atheist is a person who disbelieve in the god। and heretic ਕੀ ਹੁੰਦਾ? heretic। तो heretic ਇੱਕ ਇਹੋ ਜਿਹਾ ਇਨਸਾਨ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕੀ ਕਰਦਾ? ਧਰਮਾਚਾਰੀ ਕਹਿੰਦੇ ਆ ਉਸਨੂੰ, ਕਹਿੰਦੇ ਆ ਕਿ ਬਈ ਬਹੁਤ ਜ਼ਿਆਦਾ ਧਰਮ ਦੀ ਹਾਨੀ ਕਰਦਾ ਹੋਏ, ਧਰਮ ਦੀ ਹਾਨੀ ਕਰਦਾ ਵਾ, ਉਸਨੂੰ ਕਹਿੰਦੇ ਆ ਹੈਰੇਟਿਕ ਕਹਿੰਦੇ। ਕਈ ਵਾਰੀ ਆਪਾਂ ਦੇਖਿਆ ਹੋਏਗਾ ਤੁਸੀਂ ਸਾਰਿਆਂ ਨੇ ਕਿ ਬੇਅਦਬੀ ਕਰ ਦਿੰਦੇ ਨੇ ਹਨਾ, ਕੁਛ ਨਾ ਕੁਛ ਸਾਡੇ ਰਿਲੀਜੀਅਸ ਜਿਹੜੇ ਹੁੰਦੇ ਨੇ ਸਕ੍ਰਿਪਟਸ ਹੁੰਦੇ ਨੇ ਹਨਾ, ਸਕ੍ਰਿਪਚਰਸ ਹੁੰਦੇ ਨੇ ਉਹਨਾਂ ਦੀ ਵੀ ਕੀ ਹੁੰਦੀ ਹੈ? ਬੇਅਦਬੀ ਕਰ ਦਿੰਦੇ ਨੇ ਕੁਛ ਲੋਕੀ। ਤਾਂ ਹੈਰੇਟਿਕ 'ਚ ਆਉਂਦੇ ਨੇ। ਹੈਰੇਟਿਕ ਕੀ ਹੁੰਦੇ ਨੇ? ਜਿਹੜੇ ਕਿ ਬਹੁਤ ਜ਼ਿਆਦਾ ਬੇਅਦਬੀ ਕਰਦੇ ਨੇ ਹਨਾ, ਸੋਰਸਿਸ ਦੇ ਉੱਪਰ ਬਿਲੀਵ ਨਹੀਂ ਕਰਦੇ, ਉਹਨਾਂ ਦਾ ਕੀ ਕਰਨਾ? ਲੋਕਾਂ ਨੂੰ ਮਾਰਨਾ ਧਰਮ ਦੇ ਨਾਂ 'ਤੇ। ਸੋ ਹੈਰੇਟਿਕ 'ਚ ਆਉਂਦੇ ਨੇ, ਠੀਕ ਹੈ। ਸੋ ਦੈਟ ਇਜ਼ ਕਾਲਡ ਹੈਰੇਟਿਕ। ਸੋ ਇੱਥੇ ਕੀ ਆਏਗਾ? ਹੂ ਡਿਸਬਿਲੀਵ ਐਗਜ਼ਿਸਟੈਂਸ ਆਫ ਦ ਗੋਡ। ਥੀਸਟ ਹੁੰਦਾ ਜਿਹੜਾ ਕਿ ਮੰਨਦਾ ਵਾ ਭਗਵਾਨ ਨੂੰ, ਤੇ ਐਥੀਸਟ ਸਾਡਾ ਕੀ ਹੋ ਜਾਏਗਾ?
who disbelieve in the existence of God. Next question please. Yes, a lady's umbrella, lady the umbrella ਨੂੰ ਕੀ ਕਵਾਂਗੇ? parasol ਕਵਾਂਗੇ, granary ਕਵਾਂਗੇ, epitaph ਕਵਾਂਗੇ, aviary ਕਵਾਂਗੇ। ਤੇ lady ਦੇ umbrella ਨੂੰ ਆਪਾਂ ਇੱਕ ਹੀ word ਆਏਗਾ, that is called parasol। ਸਟੋਰੀ ਆਫ ਐਨ 올 ਟਾਈਮ ਗੋਡਸ ਔਰ ਹੀਰੋਜ਼, 올 ਟਾਈਮ ਤੇ ਜਿਹੜੇ ਗੋਡ ਤੇ ਹੀਰੋਜ਼ ਸੀ ਉਹਨਾਂ ਦੀ ਸਟੋਰੀ ਨੂੰ ਕੀ ਕਹਿੰਦੇ ਸੀ ਆਪਾਂ? ਲਿਰਿਕ ਕਹਿੰਦੇ ਸੀ, ਐਪਿਕ ਕਹਿੰਦੇ ਸੀ, ਲੈਜੈਂਡ ਕਹਿੰਦੇ ਸੀ, ਰੋਮਾਂਸ ਕਹਿੰਦੇ ਸੀ। ਪੁਰਾਣੇ ਸਮੇਂ ਤੇ ਜਿਹੜੇ ਗੋਡ ਹੋਏ ਸੀ, ਹੀਰੋਜ਼ ਹੋਏ ਸੀ, ਉਹਨਾਂ ਦੀ ਸਟੋਰੀਜ਼ ਨੂੰ ਆਪਾਂ ਕੀ ਕਹਿੰਦੇ ਸੀ? ਲੈਜੈਂਡ ਕਹਿੰਦੇ ਆ। ਉਹ ਜਿਹੜੇ 올 ਟਾਈਮ ਦੇ ਗੋਡ ਹੋ ਗਏ, ਹੀਰੋਜ਼ ਹੋ ਗਏ, ਉਹਨਾਂ ਨੂੰ ਕੀ ਕਹਿੰਦੇ ਆਪਾਂ? ਲੈਜੈਂਡਰੀ ਫਿਗਰਸ ਕਹਿੰਦੇ ਆ। ਹੁਣ ਰਾਮ ਕਹਿ ਲਈਏ, ਰਾਮਾਇਣ ਦੇ ਵਿੱਚ ਉਹ ਲੈਜੈਂਡਰੀ ਫਿਗਰ ਹੈ। ਮਹਾਭਾਰਤ ਦੇ ਵਿੱਚ ਅਗਰ ਕ੍ਰਿਸ਼ਨ ਕਹਿ ਲਈਏ ਸੋ ਹੀ ਇਜ਼ ਅ ਲੈਜੈਂਡਰੀ ਫਿਗਰ। ਸੈਡ ਸੌਂਗ ਇੱਥੇ ਆਇਆ ਵਾ। ਸੈਡ ਸੌਂਗ ਕੀ ਹੁੰਦਾ ਵਾ ਕਿ ਅਗਰ ਆਪਾਂ ਮਤਲਬ ਕੋਈ ਸੈਡ ਸੌਂਗ ਗਾਉਂਦੇ ਆ ਉਸ ਨੂੰ ਕੀ ਕਹਿੰਦੇ ਆ ਆਪਾਂ? ਤਾਂ ਇੱਕ ਵਰਡ ਆਂਦਾ ਇੱਥੇ ਗਾਇਜ਼, ਡਿਟੀ ਆਂਦਾ। ਕਿਹੜਾ ਵਰਡ ਆ ਰਿਹਾ ਹੈ? ਡਿਟੀ। ਤਾਂ ਡਿਟੀ ਦਾ ਮੀਨਿੰਗ ਕੀ ਹੁੰਦਾ? ਪਹਿਲੇ ਸਾਨੂੰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਵਾ। ਇੱਕ ਆਪਾਂ ਛੋਟਾ ਜਿਹਾ ਸੌਂਗ ਗਾਉਂਦੇ ਜਿਹੜਾ ਬਹੁਤ ਹੀ ਸਵੀਟ ਹੁੰਦਾ ਹੈ ਸੌਂਗ, ਜਿੱਦਾਂ ਆਪਾਂ ਕਹਿੰਦੇ ਨਾ ਬਰਥਡੇ ਉੱਪਰ ਗਾਉਂਦੇ ਆ ਸੋ ਬਾਰ ਬਾਰ ਦਿਨ ਇਹ ਆਏ, ਬਾਰ ਬਾਰ ਦਿਲ ਇਹ ਗਾਏ। ਦਿਸ ਇਜ਼ ਅ ਡਿਟੀ, ਛੋਟਾ ਜਿਹਾ ਸੌਂਗ ਗਾਣਾ ਵਧੀਆ ਓਕੇਜਨ ਦੇ ਉੱਪਰ, ਦੈਟ ਇਜ਼ ਕਾਲਡ ਡਿਟੀ। ਸਵੀਟ ਮਿਊਜ਼ਿਕ, ਸਵੀਟ ਸੌਂਗ। ਨੈਲ, ਡਰਜ ਔਰ ਆਪਣਾ ਲੇ ਆਂਦਾ ਹੈ। ਤੇ ਲੇ ਤਾਂ ਨਹੀਂ ਆਏਗਾ। ਨੈਲ ਕੀ ਹੁੰਦਾ ਗਾਈਜ਼? ਇੱਕ ਵਰਡ ਆ ਗਿਆ ਨੈਲ, ਠੀਕ ਹੈ। ਡਿਟੀ ਆਪਾਂ ਕਹਿਤਾ। ਹੁਣ ਨੈਲ ਕਿਹੜਾ ਵਾ? ਤੇ ਨੈਲ ਸਾਡਾ ਰਹੇਗਾ ਸਾਊਂਡ ਆਫ ਬੈਲ ਨੂੰ ਕਵਾਂਗੇ। ਬੈਲ ਹੁੰਦੀ ਹੈ ਨਾ ਚਰਚ ਦੇ ਉੱਪਰ, ਬੈਲ ਲੱਗੀ ਹੁੰਦੀ ਚਰਚ ਦੇ ਵਿੱਚ, ਉਹ ਜਿਹੜੀ ਸਾਊਂਡ ਹੁੰਦੀ ਹੈ ਉਸ ਬੈਲ ਦੀ, ਦੈਟ ਇਜ਼ ਕਾਲਡ ਨੈਲ। ਡਰਜ ਕੀ ਹੁੰਦਾ? ਇੱਕ ਸ਼ੋਕ ਗੀਤ ਨੂੰ ਆਪਾਂ ਕੀ ਕਹਿੰਦੇ ਆ? ਡਰਜ ਕਹਿੰਦੇ ਆ। ਸੋ ਰਾਈਟ ਆਪਸ਼ਨ ਸਾਡਾ ਡਰਜ ਬਣੇਗਾ। ਇਹ ਵਾਲੀ ਬੈਲ ਨੂੰ ਆਪਾਂ ਕੀ ਕਵਾਂਗੇ? ਆਪਾਂ ਇਹਨੂੰ ਨੈਲ ਕਵਾਂਗੇ। ਜਿੰਨੇ ਸਟੂਡੈਂਟਸ ਟ੍ਰਿਪਲ ਐਸਪੀ ਦੀ ਤਿਆਰੀ ਕਰ ਰਹੇ ਆ ਪੰਜਾਬ ਪਟਵਾਰੀ ਦੀ, ਬਹੁਤ ਇੰਪੋਰਟੈਂਟ ਹੋ ਜਾਏਗਾ ਗਾਈਜ਼ ਉਹਨਾਂ ਲਈ। ਸੋ ਸੈਸ਼ਨ ਨੂੰ ਰੋਜ਼ ਜੁਆਇਨ ਕਰਿਆ ਕਰੋ। ਵਨ ਹੂ ਬਿਲੀਵਸ ਇਨ ਦੀ power of fate, fatalist, optimist, pessimist, parsimonious। ਇੱਕ ਇਹੋ ਜਿਹਾ ਇਨਸਾਨ ਜਿਹੜਾ ਕਿ ਬਲੀਵ ਕਰਦਾ ਵਾ ਪਾਵਰ ਆਫ ਫੇਟ ਦੇ ਵਿੱਚ, ਕਿ ਫੇਟ ਹੋਏਗੀ ਤਾਂ ਉਸ ਦੀ ਬਾਰੇ ਗੱਲ ਕਰੇਗਾ। ਵੈਲ ਹੇਅਰ ਇਜ਼ ਅ ਪਿਕਚਰ ਆਫ ਅ ਗਰਲ ਐਂਡ ਦਿਸ ਗਰਲ ਇਜ਼ ਸਮਵੇਅਰ feeling hesitate to give you money, so this girl is known as parsimonious। ठीक है, इसमें कहेंगे parsimonious। So how you can memorize this word? You can memorize this word by using the word Parsi। Like the people who are Parsis, it's not well known। वैसे ਜਿਹੜੀ ਬਹੁਤ ਮਸ਼ਹੂਰ ਗੱਲ ਤਾਂ ਨਹੀਂ ਮਿਲ ਸਕਦੀ। ਵੈਸੇ ਤੁਹਾਨੂੰ ਟ੍ਰਿਕ ਦੱਸਦੀ ਕਿ ਪਾਰਸੀ ਲੋਕੀ ਕੀ ਹੁੰਦੇ ਨੇ, ਥੋੜੇ ਜਿਹੇ ਕੰਜੂਸ ਹੁੰਦੇ ਨੇ, ਹੈ ਨਾ, ਪੈਸੇ ਪੂਸੇ ਨਹੀਂ ਜਾਂਦੇ ਹੋ। ਪਾਰਸੀਮੋਨੀਅਸ ਨੇ ਹੋ। ਪੈਸੀਮਿਸਟ, optimist, fatalist। तो सारा तरह की होएगा। optimistic person are those person who have believe on the God, they are really hopeful, they are really positive, they are really positive people, that person are called optimist। and the pessimist are those person who are really disbelief, मैं नहीं कहूँगी disbelieve करते नहीं God दे विच, okay they are they believe God but they ਉਹਨਾਂ ਨੂੰ ਜ਼ਿਆਦਾਤਰ ਨੈਗੇਟਿਵ ਹੋਪਸ ਹੁੰਦੀਆਂ ਨੇ। they have a negative hope ਕਿ ਕੁਝ ਹੋਏਗਾ, ਵਧੀਆ ਹੋਏਗਾ ਉਹਨਾਂ ਨਾਲ। so those person are called pessimist। ਠੀਕ ਹੈ, this much is clear। next question। so fatalist will be there। fate ਤੋਂ ਬਣਿਆ fatalist, you can use this word। a person who loves everybody, ਕਿ ਇਹੋ ਜਿਹਾ ਇਨਸਾਨ ਜਿਹੜਾ ਕਿ ਸਭ ਨੂੰ ਪਿਆਰ ਕਰਦਾ ਵਾ। ਠੀਕ ਹੈ, ਇੱਕ ਇਹੋ ਜਿਹਾ ਇਨਸਾਨ ਗਾਇਸ ਜਿਹੜਾ ਕਿ ਸਭ ਨੂੰ ਪਿਆਰ ਕਰਦਾ ਹੋਏ, ਉਸ ਇਨਸਾਨ ਨੂੰ ਆਪਾਂ ਕੀ ਕਹਿੰਦੇ ਆ? ਫਟਾਫਟ ਦੱਸੋ, ਰਾਈਟ ਆਪਸ਼ਨ ਕੀ ਹੋਏਗਾ? ਇੱਕ ਇਹੋ ਜਿਹਾ ਇਨਸਾਨ ਜੋ ਸਭ ਨੂੰ ਪਿਆਰ ਕਰਦਾ ਹੈ। ਕੋਸਮੋਪੋਲੀਟਨ ਕਵਾਂਗੇ, ਫਰੈਟਰੀਸਾਈਡ ਕਵਾਂਗੇ, ਅਲਟਰੂਰਿਸਟਿਕ ਕਵਾਂਗੇ, ਰਿਸਟੋਕ੍ਰੇਟ ਕਵਾਂਗੇ। ਰਿਸਟੋਕ੍ਰੇਟ ਕਿਹੜੇ ਹੁੰਦੇ ਨੇ? ਜਿਹੜੇ ਕਿ ਆਪਾਂ ਕਹਿ ਦਿੰਦੇ ਆ ਕਿ ਬਹੁਤ ਜ਼ਿਆਦਾ ਰਿਚ ਪੀਪਲ ਹੋਣਗੇ, ਦੇ ਆਰ ਨੋਨ ਐਜ਼ ਰਿਸਟੋਕ੍ਰੇਟ, ਦੇ ਆਰ ਰੀਅਲੀ ਹਾਈ ਆਫ ਹੋਣਗੇ। ਅਲਟਰੂਰਿਸਟਿਕ ਕੀ ਹੁੰਦਾ ਵਾ? ਜਿਹੜਾ ਇਨਸਾਨ ਕੀ ਹੁੰਦਾ ਵਾ? ਅਲਟਰੂਰਿਸਟਿਕ ਹੁੰਦਾ ਪਰਉਪਕਾਰੀ, ਜਿਹੜਾ ਕਿ ਦੂਜਿਆਂ ਨੂੰ ਪਿਆਰ ਕਰਦਾ, ਉਹਨਾਂ ਦੇ ਭਲੇ ਦੇ ਲਈ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। that person is called altruistic। ਫਿਰ ਵਰਡ ਆਂਦਾ ਫੈਟਰੀਸਾਈਡ। ਫੈਟਰੀਸਾਈਡ ਕੀ ਨੂੰ ਕਵਾਂਗੇ? ਪਿਤਾ ਦੀ ਆਪਣਾ ਹੱਤਿਆ ਨੂੰ ਫੈਟਰੀਸਾਈਡ ਕਵਾਂਗੇ। ਕੋਸਮੋਪੋਲੀਟਨ ਕੀ ਹੁੰਦਾ ਵਾ? ਪਰਸਨ ਹੂ ਲਵਸ ਐਵਰੀਬਡੀ, ਹਰ ਇੱਕ ਨੂੰ ਜਿਹੜਾ ਪਿਆਰ ਕਰਦਾ, ਦੈਟ ਇਜ਼ ਕਾਲਡ ਕੋਸਮੋਪੋਲੀਟਨ। ਠੀਕ ਹੈ, ਤੋ ਨਹੀਂ ਸੌਰੀ ਕੋਸਮੋਪੋਲੀਟਨ ਉਹ ਨਹੀਂ ਹੁੰਦਾ। ਇੱਥੇ ਆਂਸਰ ਤੁਹਾਡਾ ਆਏਗਾ ਐਲਟਰੂਰਿਸਟਿਕ। ਐਲਟਰੂਰਿਸਟਿਕ ਇਨਸਾਨ ਕੀ ਹੁੰਦਾ? ਜਿਹੜਾ ਸਭ ਨੂੰ ਪਿਆਰ ਕਰਦਾ ਹੈ। ਤੇ ਕੋਸਮੋਪੋਲੀਟਨ ਹੁੰਦਾ ਵਾ, ਕੋਸਮੋਪੋਲੀਟਨ ਹੁੰਦਾ ਇੱਕ ਮਤਲਬ
ਇੱਕ ਸਿਟੀ ਨਹੀਂ ਬਹੁਤ ਸਾਰੇ ਥਾਵਾਂ ਤੇ ਜਿਹੜਾ ਦਾ ਰਿਲੇਸ਼ਨ ਹੁੰਦਾ ਵੈ ਉਹ ਦੈਟ ਪਰਸਨ ਇਜ਼ ਕਾਲਡ ਬਹੁਤ ਜਗ੍ਹਾ ਰਹਿਣ ਵਾਲਾ, ਬਹੁਤ ਜਗ੍ਹਾ ਰਹਿ ਚੁੱਕਿਆ ਹੋਵੇ ਇਨਸਾਨ ਕੀ ਹੁੰਦਾ ਵੈ ਕੋਸਮੋਪੋਲੀਟਨ ਹੁੰਦਾ ਹੈ। ਠੀਕ ਹੈ, ਇਹ ਤੁਹਾਨੂੰ ਸਭ ਨੂੰ ਯਾਦ ਰੱਖਣਾ ਹੈ, ਵਰਡ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕੋਸਮੋਪੋਲੀਟਨ। ਓਕੇ एवरीवन, ਇਸ ਤੋਂ ਕਲੀਅਰ ਹੋ ਗਏ ਹੋਣਗੇ ਜਿੰਨੇ ਵਰਡਸ ਕਰਵਾਏ ਨੇ ਬਈ ਸਭ ਕਲੀਅਰ ਹੋ ਗਏ ਹੋਣਗੇ ਆਈ ਹੋਪ। मतलब जिदा आप कह दी कि अलग अलग थावां तो कोई लोग आए हों दैट पर्सन आर दोज पर्सन आर नोन एज कोसमोपोलिटन। ठीक है, उन्होंने उपर अलग अलग जी कल्चर्स ने उदा उपर बहुत इफेक्ट पड़िया हुए पे उन्होंने कहेंगे आप कोसमोपोलिटन। आल्ट्रुइस्टिक विल बी द राइट वन, दूजियां दा भला करन वाला। ठीक है ना, चलो वन हू कैन नॉट ईजिली प्लीज, ठीक है, यहो जिहा इंसान जिहड़ा कि जल्दी तो प्लीज नहीं किया जाता, उसनूं खुश ना किया जा सके, कोसमोपोलिटन कहलाएगा, फ्राइटनिंग कहलाएगा, फेस्टिडियस कहलाएगा, फेमिनिस्ट कहलाएगा। फेमिनिस्ट की हुंदा भी औरतां वाली गल आंदी ना फेमिनिज्म च, फेमिनिस्ट। फास्टिडियस या फिर फ्राइटनिंग डर वाला या कोसमोपोलिटन की हो जाएगा। कोसमोपोलिटन की हुंदा भाई गाइज, कोसमोपोलिटन में दस चुकी है कि अलग अलग थावां तो जो लोग आते हैं दोज पर्सन आर नोन एज कोसमोपोलिटन। फ्राइटनिंग होंगे डर जान है ना, कोई चीज़ जल्दी तो डर जाए। फेमिनिस्ट भाई तुहानू सबनू पता ही है ना, अ पर्सन हू टॉक्स अबाउट द वेलफेयर ऑफ वीमेन, दोज पर्सन आर कॉल्ड फेमिनिस्ट, फीमेल की गल करते हैं। फास्टिडियस की होंगे जोड़ा कि ईजिली की होए खुश किया जा सके, दोज पर्सन आर नोन एज फास्टिडियस। क्लीयर, जिन्हें ईजिली प्लीज किया जा सके, खुश किया जा सके, दोज पर्सन आर नोन एज फास्टिडियस। दिस मच इज क्लियर गाइज। तो आंसर क्या आएगा साडा, एक ही ऑप्शन में सही होएगा एंड दैट ऑप्शन विल बी फास्टिडियस। चलो जी नेक्स्ट। हाँ, तो कोसमोपोलिटन ये होंगे ने जिहड़े कि अलग अलग संस्कृति तो अलग अलग कल्चर तो देख रहे हो, ये अलग कल्चर है, इन्हों का मैम का अलग कल्चर है, सो दे आर कोसमोपोलिटियन। ठीक है, याद रखियो इस चीज़। नेक्स्ट क्वेश्चन देखो, द मर्डर ऑफ ब्रदर, ब्रदर का मर्डर करने वाले नूं की कहांगे, फ्रैट्रीसाइड कहांगे, सुसाइड कहांगे, रेजिसाइड कहांगे, होमीसाइड कहांगे। बहुत बारी पूछते हैं जेड़ा कि ब्रदर होवे, ब्रदर की जिहड़ी हत्या हुंदी है, ब्रदर की हत्या करन नूं आपां की कहने आ, आपां कहने ना फ्रैट्रीसाइड। पैरीसाइड की हुंदा वै, पैरीसाइड याद रखियो, मैट्रीसाइड भी आंदा, मैट्रीसाइड माता की हत्या होएगी, पैरीसाइड पिता की हत्या होएगी। रेजिसाइड हुंदी है राज हत्या, राजा की हत्या नूं आपां रेजिसाइड कहने आ। होमीसाइड हुंदा है बई जिहड़ा इंसान की हो जावे, जिहड़ा कि एक जेंडर दा दूजे जेंडर एक इंसान दूजे नूं मार देवेगा, दैट इज कॉल्ड होमीसाइड। ठीक है, किलिंग ऑफ वन सेल्फ की कहलाएगा, सुसाइड कहलाएगा। तो चारों वर्ड्स तुहानू क्लियर ने, इंपॉर्टेंट वर्ड्स ने, आई होप तुहानू सबनू आ जान। A person who is indifferent to pains and pleasure of life, that person is called stoic, sadist या फिर psychiatrist या फिर aristocrat. Aristocrat I already told you कि aristocrat are those person who are the rich people. Those person are known as aristocrats. Psychiatrist will read your mind. Okay, he will get the knowledge about your mind. He will study your mind, and that person is called psychiatrist. Stoic will be the right one. Okay, क्या इत्थे राइट ऑप्शन साडे को स्टोइक हो जाएगा। केड़ा ऑप्शन इत्थे मैम जेड़ा है स्टोइक ऑप्शन साडा जेड़ा है इत्थे सही हो जाएगा। एंड एक वर्ड आंदा है सैडिस्ट। सैडिस्ट इंसान आर दोज पीपल। स्टोइक मीन्स तपस्वी, जेड़ा कि क्या करता है, पर्सन हु इज इनडिफरेंट, उसनू कोई पेन प्लेजर ऑफ लाइफ, तो ही इज रियली कट ऑफ फ्रॉम द वर्ल्ड। That person who is really cut off from the world, that person is called stoic. And sadist are those people who get the sexual pleasure, है ना, उन्होंने sexual pleasure लैन दे विच बहुत मजा आंदा है, उन्होंने intention बना रहा है उस चीज़ वाल। So those person are known as sadist. This much is clear. Next one, an act of speaking one's thought aloud, one by oneself or regardless of any hearers, especially by a character in a play. Sinecure कहेंगे, सोलिकी कहेंगे, pessimist कहेंगे, philanthropist कहेंगे. There is an act in which the speaker speak about himself, अपने आप नाल गल करे, ठीक है, और the speaking one's thought when by oneself or regardless of any listener, when no listener is there, especially by a character or a play, in a play या character, मतलब in a character कल्ला अपने नाल गल्लां करे। A person he is only talking about himself, talking to himself only, not about himself, only talking to himself, any play on this stage, and that
थिंग इज कॉल्ड, उस एक्ट ਨੂੰ ਆਪਾਂ ਕੀ ਕਹਿੰਦੇ ਆ, ਸੋਲਿਕੀ ਕਹਿੰਦੇ ਆ, ਸਿਨਿਕਿਓਰ ਕਹਿੰਦੇ ਆ। ਸਿਨਿਕਿਓਰ ਜਿਹੜਾ ਇਨਸਾਨ ਹੁੰਦਾ ਵੈ ਅ ਪਰਸਨ ਹੂ ਹੈਜ਼ ਅ ਗੁੱਡ ਸੈਲਰੀ ਬਟ ਵਿਦਆਊਟ ਐਨੀ ਵਰਕ। ਇੱਕ ਇਹੋ ਜਿਹੀ ਜੋਬ ਇੱਥੇ ਬਹੁਤ ਵਧੀਆ ਸੈਲਰੀ ਮਿਲਦੀ ਹੈ, ਕੋਈ ਕੰਮ ਨਹੀਂ ਕਰਨਾ ਪੈਂਦਾ, ਉਹ ਜਿਹੜਾ ਉਹ ਹੁੰਦਾ ਹੈ ਸਿਨਿਕਿਓਰ ਹੁੰਦਾ ਵੈ। ਸੋਲਿਕੀ ਕੀ ਹੁੰਦੀ ਹੈ? ਸੋਲਿਕੀ ਹੁੰਦੀ ਹੈ ਬਈ ਆਪਾਂ ਕੀ ਕਰਦੇ ਹਾਂ, ਗੱਲ ਕਰਦੇ ਹਾਂ, ਇਕੱਲੇ ਹੋ ਕੇ ਖੜੇ ਹੋ ਕੇ ਸਟੇਜ ਤੇ ਆਪਣੇ ਨਾਲ ਆਪੇ ਗੱਲ ਕਰਦੇ ਹਾਂ। ਪਰਸਨ ਹੂ ਇਜ਼ ਟਾਕਿੰਗ ਟੂ ਹਿਮਸੈਲਫ, to himself नहीं, to oneself, अपने आप नाल गल करनी, so that is called soliloquy. So B option will be the right one. The next one, a disease which spread by contact, ठीक है, एक ਇਹੋ ਜਿਹੀ ਬਿਮਾਰੀ ਜਿਹੜੀ ਕਿ ਕੰਟੈਕਟ ਦੇ ਆਉਣ ਦੇ ਵਿੱਚ ਮਤਲਬ ਦੂਜਿਆਂ ਦੇ ਨਾਲ ਕੰਟੈਕਟ 'ਚ ਆ ਜਾਈਏ ਔਰ ਡਿਸੀਜ਼ ਜਿਹੜੀ ਸਪਰੈਡ ਹੋ ਜੇ। ਇੱਕ ਇਹੋ ਜਿਹੀ ਬਿਮਾਰੀ ਜੋ ਕਿਸੇ ਦੇ ਮਤਲਬ ਕੰਟੈਕਟ ਦੇ ਵਿੱਚ ਆਉਣ ਦੇ ਨਾਲ ਜਿਹੜੀ ਸਪਰੈਡ ਹੁੰਦੀ ਹੈ ਉਸ ਡਿਸੀਜ਼ ਨੂੰ ਕਹਿੰਦੇ ਆ ਕੰਟੈਜੀਅਸ ਕਹਿੰਦੇ ਆ, ਇਨਫੈਕਸ਼ੀਅਸ ਕਹਿੰਦੇ, ਇਨਕਿਊਰੇਬਲ ਕਹਿੰਦੇ ਆ, ਫੈਟਲ ਕਹਿੰਦੇ ਆ। ਫੈਟਲ ਨਹੀਂ ਕਵਾਂਗੇ। ਇਨਕਿਊਰੇਬਲ ਹੁੰਦਾ ਹੈ ਜਿਸ ਦਾ ਇਲਾਜ ਨਾ ਹੋ ਸਕੇ, which is not which we cannot cure, so cure ਦਾ ਬਣਿਆ opposite incurable। infectious नहीं होएगा, infections नहीं। contagious disease, ठीक है, की कहेंगे उसमें contagious, non contagious। for example I am suffering with cold, so if you are living with me, if you are sleeping with me, if you are means you are living with me, है ना, so you will be suffered with myself and you will feel somewhere that you will also get this disease easily, so this is a contagious disease। contagious ਹੁੰਦੀ ਜਿਹੜੀ ਬੜੀ ਜਲਦੀ ਫੈਲਦੀ ਹੈ, ਠੀਕ ਹੈ, ਕਿਸੇ ਦੇ ਕੰਟੈਕਟ ਦੇ ਆਉਣ ਦੇ ਨਾਲ, ਕੰਟੈਕਟ ਦੇ ਵਿੱਚ ਆਉਣ ਦੇ ਨਾਲ। ਨੈਕਸਟ ਵਨ, ਅ ਮੈਨ ਹੂ ਰੀਅਲੀ ਸਪੀਕਸ ਦ ਟਰੂਥ, ਇੱਕ ਇਹੋ ਜਿਹਾ ਇਨਸਾਨ ਜੋ ਕਿ ਬਹੁਤ ਰੀਅਰ ਵੇ 'ਚ ਸੱਚ ਨੂੰ ਬੋਲਦਾ ਹੈ। ਕਰੂਕ ਕਵਾਂਗੇ, ਲਾਇਰ ਕਵਾਂਗੇ, ਸਕਾਊਂਡਰਲ ਕਵਾਂਗੇ, ਹਿਪੋਕਰੇਟ ਕਵਾਂਗੇ। ਇੱਕ ਇਹੋ ਜਿਹਾ ਇਨਸਾਨ ਜਿਹੜਾ ਕਿ ਬਹੁਤ ਰੀਅਰ ਤਰੀਕੇ ਦੇ ਵਿੱਚ ਸੱਚ ਬੋਲਦਾ ਹੈ, ਉਹ ਇਹੋ ਜਿਹਾ ਇਨਸਾਨ ਕੀ ਕਹਿਲਾਏਗਾ? ਕਰੂਕ ਕਹਿਲਾਏਗਾ। ਕਰੂਕ ਇਜ਼ ਅਨਦਰ ਵਰਡ ਫॉर ਦ ਕਰੂਕ ਇਜ਼ ਕਮੀਨਾ ਕਵਾਂਗੇ, ਕਲੈਵਰ ਕਵਾਂਗੇ ਕਰੂਕ। ਲਾਇਰ ਕੀ ਹੁੰਦਾ ਬਈ? ਝੂਠਾ ਹੁੰਦਾ। ਸਕਾਊਂਡਰਲ ਰੀਅਲੀ ਬੈਡ ਪੀਪਲ। ਸੋ ਹਿਪੋਕਰੇਟ डिप्लोमैटिक कहलाएंगे, जो पर्सन हु इज सेइंग समथिंग एंड डूइंग समथिंग एल्स, तो दैट इज कॉल्ड हिपोक्रेट। तो लायर इज अ सिंपल वन, ठीक है। नेक्स्ट वन, रेमेडी फॉर ऑल डिसीजेस, ओ की कहलाएगी? पेनिकिया कहलाएगी, एंटीसेप्टिक, नैरोटिक्स, या फिर साडा की आएगा? लिरिक आएगा। लिरिक इज अ शॉर्ट सॉन्ग, ओके, दैट इज कॉल्ड लिरिक। पेनिकिया संजीवनी कहलाएगी या नैरोटिक्स कहलाएगी? तो एंटीसेप्टिक कहलाएगी। साडा सिर्फ और सिर्फ एक ही राइट ऑप्शन बनेगा, दैट इज पेनिकिया। ओके, पेनिकिया क्या कहलाती है? संजीवनी बूटी, जिसका याद करो। इंटरनेशनल डिस्ट्रक्शन ऑफ रेशियल ग्रुप्स आर नोन आर मेट्रिसाइड। ऑलरेडी आई टोल्ड यू की हुंदा है डिस्ट्रक्शन हुंदी तबाही करना। इंटरनेशनल रेशियल ग्रुप्स की तबाही कर दी जाए रेशियल तौर दे उपर, किसी दी रेस, जाति, धर्म दे उपर किसी दा डिस्ट्रक्शन तबाही की जाएगी इंटरनेशनल लेवल ते, ठीक है, नेशनल नहीं इंटरनेशनल लेवल ते। दैट इज कॉल्ड रेजिसाइड। रेजिसाइड इज नोन एज अ किलिंग ऑफ किंग, दैट इज कॉल्ड रेजिसाइड। किलिंग ऑफ and another gender, that is called homicide, and matricide, killing of mother, that is known as matricide. What is left, ma'am? Left is genocide. Genocide, killing of someone, killing of people, mass level, on mass level, that is called genocide. Genocide on the basis of, if you are killing people on the basis of their religion, caste, then that is known as genocide. So this is a simple answer. Okay, the next question, custom of having many wives, misogamy, bigamy, polygamy, monogamy. Misogamy, as I already told you, what is the meaning of misogamy? Please tell me. Yes, बहुत बढ़िया। What do you mean by guys misogamy? Misogamy ਦਾ मतलब क्या ਹੁੰਦਾ है? Yeah, तो आप when the person, you know, a person who dislike marriages, ਹੁਣ ਬਹੁਤ ਸਾਰੀ ਕੁੜੀਆਂ ਨੇ, ਮੁੰਡੇ ਨੇ ਅੱਜਕੱਲ, they don't like to be the part of marriage, they don't want to marry someone, they like the open and living relationship, है ना, so they like such kind of the relationship just because there are lots of fuss in the relationship of marriage, या marriage 'ਚ ਬਹੁਤ ਜ਼ਿਆਦਾ fuss ਹੁੰਦਾ, problems ਹੁੰਦੀਆਂ। Misogamy, bigamy, polygamy, monogamy. Monogamy having one wife, many wives, that is polygamy, and bigamy is two wives, that is called polygamy will be the right one. Okay, here many wives relate to polygamy. A pioneer ਨੂੰ ਕਿਸੇ ਨੂੰ ਵਧੀਆ ਸੁਧਾਰ ਵਾਲੀ ਮੂਵਮੈਂਟ ਦਾ ਜਿਹੜਾ ਜਨਮਦਾਤਾ ਹੁੰਦਾ ਉਸ ਨੂੰ ਕਿਸ ਨੂੰ ਕਹਿੰਦੇ ਆ? ਅਪੋਸਟਲ ਨੂੰ ਕਹਿੰਦੇ ਆ, ਐਪੋਥੋਕ੍ਰੇਸੀ ਨੂੰ ਕਹਿੰਦੇ ਆ, ਪੋਲੀਗੈਮੀ ਕਹਿੰਦੇ ਆ, ਮੋਨੋਗੈਮੀ ਕਹਿੰਦੇ ਆ। Here the option, the right option will be apostle, ठीक है। एपिथोक्रेसी कह रही, ये फिर गल हुई मोनोगैमी। क्लियर हो गए उनके वर्ड्स, सानू नेक्स्ट वर्ड्स देखते हैं।
Some prepositions are there. He lives dash Hyderabad. He lives in Hyderabad. Simply gal. Okay, the next. It has been raining dash morning from morning till 4 till since. So you have to select the right option, that is since. Next question. She ordered 2 cups of coffee. This will be the right one. Yes. Ravana was killed with Rama by Rama. तो by Rama किस द्वारा मारा गया? राम द्वारा मारा गया सी. That's the morning the children go to school. In the morning children go to school. That is the right one. Yes. The king dash Nepal was on a visit to India. The king from Nepal, king at Nepal, king of Nepal. The king of Nepal will be the right one. The lion sprang dash the cow. Lion ने ਉਹਦੇ ਉੱਪਰ ਦੀ ਗੱਲ ਹੋਈ ਹੈ, तो इससे आएगा at the cow. cow ਦੇ ਉੱਪਰ आया, so at the cow will be the right one. Next one, I found him leaning dash the chair, against the chair, across the chair, for the chair. Against will be the right one. Clear everyone? So this was all for the day. I hope you all of you are preparing for your exams and PSSB exams, PSSB Excise Inspector, Patwari, any another exam. If you are preparing, and this class will be really helpful for you for your upcoming exams and for your targeting the Punjab competitive exam. This class really will be meaningful for you. So I hope you have understood all the things, and whatever we have done in this class you have understood. So we will meet you by tomorrow at 1 p.m. Till then, take care. Bye bye guys, and just also revise all the questions once again. Revise is there, so again you have to repeat the things. And the one thing more is there here, and guys, whatever the vocabulary is here, kindly try to write those words and try to memorize those words. If you're memorizing those words, these words will be in front of you in any exam. So these words are really important. I hope you have liked the video. If you like the video, share this video and subscribe channel. Thank you so much, and just bane raho Niharika de naal at the time. Take care. Bye bye. Thank you so much guys.